ਸੋ ਭਲਿਓ, ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਸਾਰੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਖੁਦਾਵੰਦ ਦਾ ਸ਼ੁਕਰ ਕਰਨੇ ਆ ਕਿ ਖੁਦਾਵੰਦ ਸਾਡੇ ਨਾਲ ਗੱਲਾਂ ਕਰਦਾ ਹੈ ਤੇ ਅਸੀਂ ਉਹਦੇ ਕਲਾਮ ਦੇ ਵਿੱਚੋਂ ਸੁਣਨੇ ਆ, ਸਿੱਖਨੇ ਆ। ਤੇ ਜੇਕਰ ਕਲਾਮ ਦੇ ਵਿੱਚੋਂ ਸੁਣਨੇ ਆ ਤੇ ਸਿੱਖਨੇ ਆ, ਪਹਿਲਾ ਦੂਸਰਾ ਤਿਮੋਥੀਉਸ 2 ਉਹਦੀ 2 ਲਿਖਿਆ ਹੈ ਕਿ ਜਿਹੜੀਆਂ ਗੱਲਾਂ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਤੂੰ ਮੇਰੇ ਕੋਲੋਂ ਸੁਣ ਲਈਆਂ ਨੇ, ਸਿੱਖ ਲਈਆਂ ਨੇ। ਜਿਹੜੀਆਂ ਗੱਲਾਂ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਰਸੂਲ ਕਹਿੰਦਾ ਤੂੰ ਮੇਰੇ ਕੋਲੋਂ ਸੁਣ ਲਈਆਂ ਨੇ, ਸਿੱਖ ਲਈਆਂ ਨੇ, ਇਹਨਾਂ ਨੂੰ ਦਿਆਨਤਦਾਰ ਬੰਦਿਆਂ ਦੇ ਸਪੁਰਦ ਕਰੀ। ਤੇ ਆਓ ਵੀ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਜੋ ਕੁਝ ਸੁਣਨੇ ਆ, ਸਿੱਖਨੇ ਆ, ਇਹ ਦੂਜਿਆਂ ਦੇ ਸਪੁਰਦ ਕਰ ਸਕਨੇ ਆ। ਕਿਸ ਤਰ੍ਹਾਂ? ਜਦੋਂ ਅਸੀਂ ਕਲਾਮ ਨੂੰ ਲਾਈਕ ਕਰਨੇ ਆ, ਸ਼ੇਅਰ ਕਰਨੇ ਆ, ਬੈਲ ਦਾ ਬਟਨ ਦਬਾਉਂਦੇ ਆ, ਤੇ ਸਾਡੇ ਕੋਲ ਵੀ ਫਿਰ ਕਲਾਮ ਪਹੁੰਚਦਾ ਹੈ ਤੇ ਦੂਸਰਿਆਂ ਤੱਕ ਵੀ ਅਸੀਂ ਕਲਾਮ ਪਹੁੰਚਾਉਂਦੇ ਹਾਂ। ਤੇ ਅੱਜ ਅਸੀਂ ਜੋ ਕੁਝ ਸੁਣਨ ਵਾਲੇ ਆ, ਸਿੱਖਣ ਵਾਲੇ ਆ, ਇਹ ਹੈ ਮਕਾਸ਼ਵਾ ਦੀ ਕਿਤਾਬ 5 ਬਾਬ 9 ਨੂੰ ਪੜ੍ਹੀਏ ਤੇ ਲਿਖਿਆ ਮਿਲਦਾ ਏ ਕਿ ਉਹ ਨਵਾਂ ਗੀਤ ਗਾਉਣ ਲੱਗੇ ਕਿ ਤੂੰ ਹੀ ਇਸ ਕਿਤਾਬ ਨੂੰ ਲੈਣ ਵਿੱਚ ਤੇ ਮੋਹਰਾਂ ਖੋਲ੍ਹਣ ਦੇ ਵਿੱਚ ਤਾਕਤਵਰ ਹੋਇਆ, ਲਾਇਕ ਹੋਇਆ। ਕਿਸੇ ਨੂੰ ਜ਼ਰੂਰਤ ਨਹੀਂ ਹੋਈ ਕਿ ਇਸ ਕਿਤਾਬ ਨੂੰ ਲੈਂਦਾ ਤੇ ਇਹਦੀਆਂ ਮੋਹਰਾਂ ਖੋਲ੍ਹਦਾ। ਤੂੰ ਜ਼ਬਾ ਹੋ ਕੇ ਆਪਣੇ ਖੂਨ ਦੇ ਨਾਲ ਹਰ ਕਬੀਲੇ ਤੇ ਅਹਿਲੇ ਜ਼ਬਾਨ ਤੇ ਉਮਤ ਤੇ ਕੌਮ ਦੇ ਵਿੱਚੋਂ ਖੁਦਾ ਦੇ ਵਾਸਤੇ ਲੋਕਾਂ ਨੂੰ ਖਰੀਦ ਲਿਆ ਤੇ ਉਹਨਾਂ ਨੂੰ ਖੁਦਾ ਦੇ ਨਜ਼ਦੀਕ ਬਾਦਸ਼ਾਹੀ ਤੇ ਕਾਹਨ ਬਣਾਇਆ ਤਾਂ ਕਿ ਜ਼ਮੀਨ ਉੱਤੇ ਉਹ ਬਾਦਸ਼ਾਹੀ ਕਰਨ। ਸੋ ਬਈ ਕਾਹਨ ਬਣਾਇਆ, ਬਾਦਸ਼ਾਹ ਬਣਾਇਆ, ਬਲਕਿ ਬਾਦਸ਼ਾਹਾਂ ਤੋਂ ਉੱਤੇ ਉੱਤਮ ਦਰਜਾ ਦਿੱਤਾ। ਖੁਦਾ ਦੇ ਕਲਾਮ ਨੂੰ ਜਿਸ ਲਈ ਅਸੀਂ ਯਰਮੀਆ ਨਬੀ ਦੇ ਸਹੀਫੇ ਨੂੰ ਪੜ੍ਹਦੇ ਹਾਂ, ਯਰਮੀਆ ਮੇਰੇ ਨਾਲ ਤੁਸੀਂ ਵੇਖ ਸਕਦੇ ਹੋ। ਯਰਮੀਆ ਪਹਿਲਾ ਬਾਬ 7 ਤੋਂ ਪੜ੍ਹੀਏ ਨਾ, ਬਲਕਿ ਚਾਹਾਂਗੇ 5 ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਏ, ਇਸ ਤੋਂ ਪੇਸ਼ਤਰ ਕਿ ਮੈਂ ਤੈਨੂੰ ਬਤਨ ਦੇ ਵਿੱਚ ਖਲਕ ਕੀਤਾ। ਇਸ ਤੋਂ ਪੇਸ਼ਤਰ ਕਿ ਮੈਂ ਤੈਨੂੰ ਬਤਨ ਦੇ ਵਿੱਚ ਖਲਕ ਕੀਤਾ ਤੇ ਮੈਂ ਤੈਨੂੰ ਜਾਣਦਾ ਸੀ ਤੇ ਤੇਰੀ ਵਲਾਦਤ ਤੋਂ ਪਹਿਲਾਂ ਮੈਂ ਤੈਨੂੰ ਮਖਸੂਸ ਕੀਤਾ ਤੇ ਕੌਮਾਂ ਦੇ ਉੱਤੇ ਤੈਨੂੰ ਨਬੀ ਠਹਿਰਾਇਆ। ਕੌਮਾਂ ਦੇ ਉੱਤੇ ਤੈਨੂੰ ਨਬੀ ਠਹਿਰਾਇਆ ਏ। ਉਸਨੇ ਆਖਿਆ, ਹਾਏ ਖੁਦਾਵੰਦ, ਦੇਖ ਮੈਂ ਬੋਲ ਨਹੀਂ ਗਾ ਸਕਦਾ ਕਿਉਂਕਿ ਮੈਂ ਬੱਚਾ ਹਾਂ। ਪਰ ਖੁਦਾਵੰਦ ਨੇ ਕਹਿੰਦਾ ਮੈਨੂੰ ਇਹ ਗੱਲ ਕਹੀ ਕਿ ਤੂੰ ਆਪਣੇ ਆਪ ਨੂੰ ਬੱਚਾ ਕਿਉਂ ਕਹਿਣਾ ਹੈ? ਕਿਉਂਕਿ ਜਿਸ ਕਿਸੇ ਦੇ ਕੋਲ ਮੈਂ ਤੈਨੂੰ ਭੇਜਾਂਗਾ, ਜਿਸ ਕਿਸੇ ਦੇ ਕੋਲ ਮੈਂ ਤੈਨੂੰ ਭੇਜਾਂਗਾ ਤੂੰ ਜਾਵੇਂਗਾ ਤੇ ਜੋ ਕੁਝ ਮੈਂ ਤੈਨੂੰ ਕਵਾਂਗਾ ਤੂੰ ਕਵੇਂਗਾ। ਤੂੰ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਡਰ, ਤੂੰ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਡਰ, ਕਿਉਂਕਿ ਖੁਦਾਵੰਦ ਫਰਮਾਉਂਦਾ ਏ ਕਿ ਮੈਂ ਛਡਾਉਣ ਲਈ ਤੇਰੇ ਨਾਲ ਹੋਵਾਂਗਾ, ਮੈਂ ਛਡਾਉਣ ਲਈ ਤੇਰੇ ਨਾਲ ਹੋਵਾਂਗਾ। ਫਿਰ ਖੁਦਾਵੰਦ ਨੇ ਆਪਣਾ ਹੱਥ ਬੜਾ ਕੇ ਕਹਿੰਦਾ ਮੇਰੇ ਮੂੰਹ ਨੂੰ ਛੂਹਿਆ। ਖੁਦਾਵੰਦ ਨੇ ਆਪਣਾ ਹੱਥ ਵਧਾਇਆ ਤੇ ਮੇਰੇ ਮੂੰਹ ਨੂੰ ਛੂਹਿਆ ਤੇ ਖੁਦਾਵੰਦ ਨੇ ਆਖਿਆ ਮੈਂ ਆਪਣਾ ਕਲਾਮ ਤੇਰੇ ਮੂੰਹ ਦੇ ਵਿੱਚ ਪਾਤਾ ਈ, ਮੈਂ ਆਪਣਾ ਕਲਾਮ ਤੇਰੇ ਮੂੰਹ ਦੇ ਵਿੱਚ ਪਾਤਾ ਈ। ਤੇ ਦੇਖ ਅੱਜ ਦੇ ਦਿਨ ਮੈਂ ਤੈਨੂੰ ਕੌਮਾਂ ਉੱਤੇ ਤੇ ਸਲਤਨਤਾਂ ਦੇ ਉੱਤੇ ਮੁਕਰਰ ਕਰਨਾ ਏ ਕਿ ਤੂੰ ਉਹਨਾਂ ਨੂੰ ਅਖਾੜੇ, ਢਾਵੇਂ, ਹਲਾਕ ਕਰੇ, ਗਰਾਵੇਂ, ਤਮੀਰ ਕਰੇ ਤੇ ਭਵਾਂ ਲਗਾ ਦੇਵੇਂ। ਕੌਮਾਂ ਦੇ ਉੱਤੇ, ਬਾਦਸ਼ਾਹਾਂ ਦੇ ਉੱਤੇ ਤੂੰ ਉਹਨਾਂ ਦੀਆਂ ਸਲਤਨਤਾਂ ਨੂੰ ਢਾ ਦੇਵੇਂ, ਗਿਰਾ ਦੇਵੇਂ।
ਸੋ ਬਈ ਖਰੀਦੇ ਹੋਏ ਲੋਕਾਂ ਦੀ ਗੱਲ ਹੋ ਰਹੀ ਹੈ। ਖੁਦਾ ਦਾ ਬੰਦਾ ਏਲੀਆ, ਜਿਸ ਲਈ ਅਸੀਂ ਪਹਿਲਾ ਸਲਾਤੀਨ 19 ਬਾਬ ਉਸ ਦੀ 4 ਐਤ ਤੋਂ ਪੜ੍ਹਦੇ ਹਾਂ ਤੇ ਇੰਨਾ ਕੁ ਤੰਗ ਪੈ ਗਿਆ ਆਪਣੀ ਕੌਮ ਤੋਂ। ਕਹਿੰਦਾ ਤੇਰੇ ਲੋਕਾਂ ਨੇ ਮਜ਼ਹਬੀਆਂ ਤੇਰੇ ਨੂੰ ਢਾਤਾ ਹੈ, ਤੇਰੇ ਨਬੀਆਂ ਨੂੰ ਕਤਲ ਕਰ ਦਿੱਤਾ ਹੈ, ਤੇ ਨਿਕਲਿਆ ਉਸ ਕੌਮ ਚੋਂ ਤੇ ਜਾ ਕੇ ਜੰਗਲ ਚ ਨਿਕਲ ਕੇ ਤੇ ਜੌ ਦੇ ਪੇੜ ਥੱਲੇ ਬੈਠਾ ਹੈ ਤੇ ਆਪਣੇ ਲਈ ਮੌਤ ਮੰਗਣ ਡਿਆ। ਖੁਦਾਵੰਦ ਦੇ ਫਰਿਸ਼ਤੇ ਨੇ ਆਣ ਕੇ ਉੱਥੇ ਜਦੋਂ ਸੌਂ ਗਿਆ ਏ ਤੇ ਰੋਟੀ ਲੈ ਕੇ ਆਇਆ ਤੇ ਪਾਣੀ ਦੀ ਸਰਾਈ ਲੈ ਕੇ ਆਇਆ ਤੇ ਉਹਨੂੰ ਆਣ ਕੇ ਜਗਾਇਆ ਤੇ ਕਹਿੰਦਾ ਉੱਠ ਤੇ ਖਾ। ਉਹ ਜਦੋਂ ਉੱਠ ਕੇ ਵੇਖਦਾ ਏ ਤੇ ਉਹਦੇ ਸਰਾਣੇ ਪਾਣੀ ਦੀ ਸਰਾਈ ਰੱਖੀ ਹੋਈ ਏ ਤੇ ਰੋਟੀ। ਫਰਿਸ਼ਤਾ ਕਹਿਣ ਡਿਆ ਖਾ ਕੇ ਫਿਰ ਸੌਂ ਗਿਆ। ਸ਼ਾਮ ਨੂੰ ਦੁਬਾਰਾ ਫਿਰ ਆਇਆ ਤੇ ਕਹਿੰਦਾ ਉੱਠ ਤੇ ਖਾ। ਤੇ ਉਹਨੇ ਫਿਰ ਖਾਧੀ ਤੇ ਉਹਨੂੰ ਕਹਿਣ ਲੱਗਾ ਤੇਰਾ ਸਫ਼ਰ ਲੰਬਾ ਹੈ। ਉਹ ਪਹਾੜ ਉੱਤੇ ਚੜ੍ਹ ਗਿਆ ਏ ਤੇ ਜਿਸ ਵੇਲੇ ਪਹਾੜ ਉੱਤੇ ਚੜ੍ਹ ਗਿਆ ਤੇ ਉੱਥੇ ਜਾ ਕੇ ਲੁਕ ਗਿਆ। ਅੱਜ ਵੀ ਅਸੀਂ ਖਰੀਦੇ ਹੋਏ ਲੋਕ ਹਾਂ ਤੇ ਲੁਕੇ ਹੋਏ ਹਾਂ। ਗਸਲ ਗੁਜ਼ਲਾਤ 2 ਬਾਬ ਉਹਦੀ 14 'ਚ ਲਿਖਿਆ, ਮੇਰੀ ਕਬੂਤਰੀ ਤੂੰ ਜਿਹੜੀ ਪਹਾੜਾਂ ਦੇ ਆੜਾਂ ਤੇ ਕਰਾੜਾਂ ਦੇ ਆੜਾਂ ਦੇ ਵਿੱਚ ਛੁਪ ਗਈਆਂ, ਆਪਣਾ ਚਿਹਰਾ ਮੈਨੂੰ ਵਿਖਾ ਤੇ ਆਪਣੀ ਆਵਾਜ਼ ਮੈਨੂੰ ਸੁਣਾ, ਕਿਉਂਕਿ ਤੂੰ ਮਾਜਬੀ ਹੈ ਤੇ ਤੇਰੀ ਆਵਾਜ਼ ਸ਼ੀਰੀ ਹੈ। ਮੈਂ ਤੇ ਤੇਰੀ ਆਵਾਜ਼ ਤੋਂ ਖੁਸ਼ ਹੁੰਨਾ ਵਾਂ, ਤੂੰ ਕਿਉਂ ਲੁਕਿਆ ਹੋਇਆ? ਇਸੇ ਤਰ੍ਹਾਂ ਏਲੀਆ ਵੀ ਆਣ ਕੇ ਉਹਨਾਂ ਪਹਾੜਾਂ ਦੇ ਵਿੱਚ ਫਿਰ ਲੁਕ ਗਿਆ ਏ ਤੇ ਖੁਦਾ ਨੇ ਇਹਨੂੰ ਆਖਿਆ ਕਿ ਏਲੀਆ ਤੂੰ ਇੱਥੇ ਕੀ ਕਰਨਾ ਹੈ ਲੁਕਿਆ ਹੋਇਆ? ਖੁਦਾ ਇਹਦੇ ਨਾਲ ਗੱਲ ਕਰਦਾ ਏ 13 ਦੇ ਵਿੱਚ, ਏਲੀਆ ਪਹਾੜਾਂ ਦੇ ਵਿੱਚ ਲੁਕਿਆ ਹੋਇਆ ਕੀ ਕਰਨਾ ਹੈ ਤੂੰ? ਉਹਨੇ 14 'ਚ ਆਖਿਆ ਏ, ਪਹਿਲਾ ਸਲਾਤੀਨ 19 ਬਾਬ 14 'ਚ ਆਖਿਆ ਏ, ਉਸਨੇ ਮੈਨੂੰ ਆਖਿਆ ਲਸ਼ਕਰਾਂ ਦੇ ਖੁਦਾ ਲਈ ਮੇਰੇ ਅੰਦਰ ਬੜੀ ਗੈਰਤ ਏ, ਕਿਉਂਕਿ ਇਸਰਾਈਲ ਨੇ ਤੇਰੇ ਐਦ ਨੂੰ ਤਰਕ ਕਰ ਦਿੱਤਾ, ਤੇਰੇ ਮਜ਼ਹਬੀਆਂ ਨੂੰ ਢਾ ਦਿੱਤਾ, ਤੇਰੇ ਨਬੀਆਂ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਇੱਕ ਮੈਂ ਇਕੱਲਾ ਹੀ ਬਚਿਆ, ਕਹਿੰਦਾ ਇੱਕ ਮੈਂ ਇਕੱਲਾ ਹੀ ਬਚਿਆ, ਸੋ ਮੇਰੀ ਵੀ ਜਾਨ ਲੈਣ ਦੇ ਉਹ ਦਰ ਤੇ ਨੇ। ਖੁਦਾਵੰਦ ਨੇ ਉਹਨੂੰ ਕਿਹਾ ਤੂੰ ਆਪਣੇ ਰਸਤੇ ਨੂੰ ਫੇਰ ਲੌਟ ਜਾ, ਜਿੱਧਰੋਂ ਆਇਆ ਉਧਰ ਨੂੰ ਚੱਲ ਦਮਿਸ਼ਕ ਨੂੰ, ਤੇ ਜਦੋਂ ਬੀਆਬਾਨ ਦੇ ਵਿੱਚ ਜਾਏਗਾ ਤੇ ਉੱਥੇ ਤੈਨੂੰ ਹਜ਼ਾਇਲ ਮਿਲੇਗਾ ਤੇ ਉਹਨੂੰ ਮੱਸਾ ਕਰੀਂ, ਉਹ ਆਰਾਮ ਦਾ ਬਾਦਸ਼ਾਹ ਹੋਵੇਗਾ। ਤੇ ਨਮਸੀ ਦੇ ਬੇਟੇ ਯਾਹੂ ਨੂੰ ਮੱਸਾ ਕਰੀ ਕਿ ਉਹ ਇਸਰਾਈਲ ਦਾ ਬਾਦਸ਼ਾਹ ਹੋਵੇ, ਤੇ ਅਬੀਲ ਮਹੋਲਾ ਦੇ ਲਿਸ਼ਾ ਬਿਨ ਸਾਫਤ ਨੂੰ ਮੱਸਾ ਕਰੀ, ਉਹ ਤੇਰੀ ਜਗ੍ਹਾ ਨਬੀ ਹੋਵੇਗਾ। ਉਹ ਖੁਦਾ ਦੇ ਲੋਕਾਂ ਦੇ ਹੱਥੋਂ ਤੇ ਬਾਦਸ਼ਾਹ ਬਣਦੇ ਨੇ, ਖੁਦਾ ਦੇ ਲੋਕਾਂ ਦੇ ਹੱਥੋਂ ਤੇ ਅੱਗੇ ਗਾਂ ਤੋਂ ਗਾਂ ਨਬੀ ਤਿਆਰ ਹੁੰਦੇ ਨੇ, ਕਿਉਂਕਿ ਉਹ ਖੂਨ ਦੇ ਖਰੀਦੇ ਹੋਏ। ਲੇਕਿਨ ਖੁਦਾ ਦੇ ਕਲਾਮ ਦੇ ਵਿੱਚ ਇੱਕ ਗੱਲ ਕਹੀ ਗਈ ਹੈ, ਜਿਸ ਲਈ ਅਸੀਂ ਯਸਾਇਆ ਨਬੀ ਦੇ ਸਹੀਫੇ ਨੂੰ, ਯਸਾਇਆ 32 ਬਾਬ ਨੂੰ ਪੜ੍ਹਦੇ ਹਾਂ ਤੇ ਬਾਈਬਲ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਦੇਖ ਇੱਕ ਬਾਦਸ਼ਾਹ ਸਦਾਕਤ ਦੇ ਨਾਲ ਸਲਤਨਤ ਕਰੇਗਾ। ਇੱਕ ਬਾਦਸ਼ਾਹ ਤੇ ਸ਼ਹਿਜ਼ਾਦੇ ਅਦਾਲਤ ਦੇ ਨਾਲ ਹੁਕਮਰਾਨੀ ਕਰਨਗੇ, ਤੇ ਇੱਕ ਸ਼ਖਸ ਆਂਦੀ ਤੋਂ ਪਨਾਹਗਾਹ ਦੀ ਮਾਨਦ। ਇਹ ਕਿਹੜੇ ਸ਼ਖਸ ਨੇ? ਇਹ ਕਿਹੜੇ ਬਾਦਸ਼ਾਹ ਨੇ? ਇਹ ਕਿਹੜੇ ਕਾਹਨ ਨੇ? ਇਹ ਉਹ ਲੋਕ ਨੇ ਜਿਹੜੇ ਯਸੂ ਨੇ ਜਦੋਂ ਕਿਤਾਬ ਲਈ ਮੋਹਰਾਂ ਖੋਲੀਆਂ ਏ, ਖੂਨ ਦੇ ਨਾਲ ਖਰੀਦੇ ਹੋਏ ਆ, ਜਿਨ੍ਹਾਂ ਨੂੰ ਨਬੀ ਤੇ ਬਾਦਸ਼ਾਹ ਬਣਾਇਆ ਏ, ਤੇ ਲੁਕੇ ਪਏ ਨੇ ਦਰਾੜਾਂ ਤੇ ਕਰਾੜਾਂ ਦੀਆਂ ਆੜਾਂ 'ਚ। ਤੇ ਭਰਾਓ, ਇਹ ਦਰਾੜਾਂ ਤੇ ਕਰਾੜਾਂ ਦੀਆਂ ਆੜਾਂ ਉਹ ਇਹ ਤਨਜ਼ੀਮਾਂ ਨੇ, ਇਹ ਐਸੇ ਅੰਬੋ ਗਰੋ ਡਿਨਾਮੀਨੇਸ਼ਨਾਂ ਟੋਲੇ ਨੇ, ਉਹ ਜਿਨ੍ਹਾਂ ਦੀਆਂ ਅਸੀਂ ਚੌਧਰਾਂ ਦੇ ਵਿੱਚ ਦਬਕੇ ਬੈਠੇ ਹਾਂ।
ਹਾਲਾਂਕਿ ਕਿਤੇ ਅਸੀਂ ਖੁਦਾ ਤੇ ਈਮਾਨ ਰੱਖ ਕੇ ਕੰਮ ਕਰੀਏ, ਖੁਦਾ ਤੇ ਤਵੱਕਲ ਕਰਕੇ ਕੰਮ ਕਰੀਏ, ਖੁਦਾ ਦੇ ਨਾਲ ਮਿਲ ਕੇ ਕੰਮ ਕਰੀਏ, ਕਿਉਂਕਿ ਪਹਿਲਾ ਕਰੰਥੀਓ 3 ਬਾਬ ਉਹਦੀ 9 'ਚ ਲਿਖਿਆ ਅਸੀਂ ਖੁਦਾ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਹਾਂ। ਤੁਸੀਂ ਖੁਦਾ ਦੀ ਖੇਤੀ ਤੇ ਇਮਾਰਤ ਹੋ। ਪਹਿਲਾ ਕਰੰਥੀਓ 9 ਬਾਬ ਉਹਦੀ 14 'ਚ ਲਿਖਿਆ ਇਸੇ ਤਰ੍ਹਾਂ ਖੁਦਾਵੰ ਨੇ ਮੁਕੱਰਰ ਕੀਤਾ ਕਿ ਖੁਸ਼ਖਬਰੀ ਸੁਣਾਉਣ ਵਾਲੇ ਖੁਸ਼ਖਬਰੀ ਦੇ ਵਸੀਲੇ ਗੁਜ਼ਾਰਾ ਕਰਨਗੇ। ਤੇ ਜੇ ਰੱਬ ਨੇ ਮੁਕੱਰਰ ਕੀਤਾ ਹੈ ਤੇ ਦਲੇਰੀ ਨਾਲ ਬਾਹਰ ਨਿਕਲੀਏ। ਕਿਉਂ ਪਹਾੜਾਂ ਤੇ ਦਰਾੜਾਂ ਦੇ ਉਹ ਕਿਉਂ ਤਨਜ਼ੀਮਾਂ ਦੀਆਂ ਕਹਾਣੀਆਂ ਦੇ ਵਿੱਚ ਫਸੇ ਬੈਠੇ? ਜੋ ਇਹ ਕਹਿੰਦੇ ਅਸੀਂ ਉਹ ਕਰਨੇ ਆ, ਉਹ ਜਦ ਕਿ ਬੱਚਿਆਂ ਦਾ ਬਪਤਿਸਮਾ ਹੈ ਹੀ ਨਹੀਂ, ਤੇ ਅਸੀਂ ਇਹਨਾਂ ਦੇ ਕਹਿਣ ਉੱਤੇ ਬੱਚਿਆਂ ਦੇ ਬਪਤਿਸਮਾ ਦੇ ਕੇ ਤੇ ਮੁਜਰਮ ਬਣਾਈ ਜਾਂਦੇ ਆ। ਖੁਦਾਵੰਦ ਯਿਸੂ ਮਸੀਹ ਦੇ ਹੁਕਮ ਨੂੰ ਕੱਟਨੇ ਆ। ਹਾਲਾਂਕਿ ਯਰਮੀਆ 2 ਬਾਬ ਤੇ 31 'ਚ ਆਖਿਆ ਐ ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰੋ। ਤੇ ਅਸੀਂ ਕਲਾਮ ਦਾ ਲਿਹਾਜ਼ ਨਹੀਂ ਕਰਦੇ, ਅਸੀਂ ਤਨਜ਼ੀਮਾਂ ਦਾ ਲਿਹਾਜ਼ ਕਰਨੇ ਆ। ਯਿਸੂ ਮਸੀਹ ਨੇ ਆਖਿਆ ਜਿਹੜਾ ਈਮਾਨ ਲਿਆ ਵੀ ਉਹ ਬਪਤਿਸਮਾ ਲਵੇ, ਤੇ ਅਸੀਂ ਉਹਨਾਂ ਨੂੰ ਬਪਤਿਸਮਾ ਦਿੰਦੇ ਆ ਜਿਹੜੇ ਈਮਾਨ ਨਹੀਂ ਲਿਆਉਂਦੇ, ਬਲਕਿ ਖੁਦਾਵੰਦ ਦੇ ਕਲਾਮ ਦੇ ਉਲਟ ਚੱਲਨੇ ਆ। ਤੇ ਉਹ ਬਾਦਸ਼ਾਹ ਨਹੀਂ ਬਣਦੇ ਜਿਨ੍ਹਾਂ ਦੇ ਬਾਰੇ ਲਿਖਿਆ ਹੈ ਕਿ ਦੇਖ ਇੱਕ ਬਾਦਸ਼ਾਹ ਸਦਾਕਤ ਦੇ ਨਾਲ ਸਲਤਨਤ ਕਰੇਗਾ ਤੇ ਸ਼ਹਿਜ਼ਾਦੇ ਅਦਾਲਤ ਦੇ ਨਾਲ ਹੁਕਮਰਾਨੀ ਕਰਨਗੇ, ਤੇ ਇੱਕ ਸ਼ਖਸ ਆਂਦੀ ਤੋਂ ਪਨਾਹਗਾਹ ਦੀ ਮਾਨਤ ਹੋਵੇਗਾ। ਤੂਫਾਨ ਤੋਂ ਛਿਪਣ ਦੀ ਜਗ੍ਹਾ ਤੇ ਖੁਸ਼ਕ ਜ਼ਮੀਨ ਵਿੱਚ ਪਾਣੀ ਦੀ ਨਦੀਆਂ ਦੀ ਮਾਨਤ, ਤੇ ਮਾਂਦਗੀ ਦੀ ਜ਼ਮੀਨ ਵਿੱਚ ਵੱਡੀ ਚਟਾਨ ਦੇ ਸਾਇਆ ਦੀ ਤਰ੍ਹਾਂ ਖੁਦਾ ਤੇ ਇਸ ਤਰ੍ਹਾਂ ਖਾਦਮ ਤੋਂ ਆਸ ਰੱਖਦਾ ਹੈ ਕਿ ਇਹ ਆਪਣੇ ਪਰਾਂ ਨੂੰ ਛੁਪਾਵੇ, ਪਰਾਂ ਦੇ ਨਾਲ ਕਲੀਸਿਆ ਨੂੰ ਛੁਪਾਵੇ, ਕਲੀਸਿਆ ਲਈ ਬਾਇਸੇ ਬਰਕਤ ਹੋਵੇ। ਇਹ ਸੁੱਕੀ ਜ਼ਮੀਨ ਦੇ ਵਿੱਚ ਪਾਣੀ ਦੀ ਨਦੀਆਂ ਦੀ ਤਰ੍ਹਾਂ ਹੋਵੇ, ਤੇ ਮਾਂਦਗੀ ਜਿੱਥੇ ਕੋਈ ਦਰਖਤ ਨਹੀਂ ਉੱਥੇ ਚਟਾਨ ਦੀ ਤਰ੍ਹਾਂ ਆਪਣੀ ਕਲੀਸਿਆ ਵਾਸਤੇ ਖੜਾ ਹੋ ਜਾਏ। ਅਸੀਂ ਕੈਸੇ ਖਾਦਮ ਹਾਂ, ਕੈਸੇ ਨਬੀ ਹਾਂ, ਕੈਸੇ ਬਾਦਸ਼ਾਹ, ਕਲੀਸਿਆ ਨੂੰ ਤਬਾਹ ਕਰਨ ਵਾਲੇ। ਤੇ ਆਓ ਭਰਾਓ, ਅੱਜ ਮੌਕਾ ਹੈ। ਦੂਸਰਾ ਕਰੰਥੀਓ 4 ਬਾਬ ਦੀ ਪਹਿਲੀ ਐਤ ਨੂੰ ਪੜ੍ਹੀਏ ਤੇ ਰਸੂਲ ਕਹਿੰਦਾ ਸਾਡੇ ਉੱਤੇ ਵੀ ਰਹਿਮ ਹੋਇਆ, ਸਾਨੂੰ ਖਿਦਮਤ ਮਿਲ ਗਈ ਤੇ ਅਸੀਂ ਹਿੰਮਤ ਨਹੀਂ ਹਾਰਦੇ। ਤੇ ਜਿਸ ਵੇਲੇ ਪਹਿਲਾ ਤਮੋਥੀਅਸ ਪਹਿਲਾ ਬਾਬ 12 ਐਤ ਨੂੰ ਪੜ੍ਹੀਏ ਤਾਂ ਕਹਿੰਦਾ ਮੈਨੂੰ ਦਿਆਨਤਦਾਰ ਸਮਝ ਕੇ ਉਹਨੇ ਆਪਣੀ ਖਿਦਮਤ ਲਈ ਮੁਕੱਰਰ ਕਰ ਲਿਆ। ਅੱਜ ਆਪਣੇ ਆਪ ਨੂੰ ਜ਼ਰਾ ਦੇਖੀਏ ਕਿ ਅਸੀਂ ਦਿਆਨਤਦਾਰ ਹਾਂ ਬਾਈਬਲ 'ਚ। ਜੇ ਦਿਆਨਤਦਾਰ ਨਹੀਂ ਤੇ ਅੱਜ ਵੇਲਾ ਹੈ ਦਿਆਨਤਦਾਰ ਬਣੀਏ, ਕਿਉਂਕਿ ਲੂਕਾ ਪਹਿਲਾ ਬਾਬ ਉਹਦੀ ਪਹਿਲੀ ਐਤ ਨੂੰ ਪੜ੍ਹੀਏ ਤੇ ਲਿਖਿਆ ਹੁਣ ਬਹੁਤਿਆਂ ਨੇ ਕਮਰ ਬੰਨ੍ਹ ਲਈਏ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਉਸੇ ਤਰ੍ਹਾਂ ਹੀ ਬਿਆਨ ਕਰਨ। ਤੇ ਆਓ ਇਹਨੂੰ ਬਿਆਨ ਕਰੀਏ। ਤੇ ਅਮਸਾਲ 23 ਬਾਬ ਉਹਦੀ 16 'ਚ ਲਿਖਿਆ ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਏਗਾ। ਤੇ ਕਰ ਲਈਏ ਸੱਚੀਆਂ ਗੱਲਾਂ। ਜ਼ਬੂਰ 6:5 'ਚ ਲਿਖਿਆ ਬੰਦਿਆ ਕਬਰਾਂ ਨੂੰ ਵੇਖ ਲਾ, ਕਬਰਾਂ 'ਚ ਬਣ ਕੇ ਸੱਚੀਆਂ ਗੱਲਾਂ ਨਹੀਂ ਕਰ ਸਕਣੀਆਂ ਤੂੰ। ਤੇ ਕਰ ਲਈਏ ਚੰਗੇ ਰਹਿ ਜਾਂਗੇ। ਕਲਾਮ ਨੂੰ ਬਈ ਸ਼ੇਅਰ ਵੀ ਕਰਿਓ, ਕਲਾਮ ਨੂੰ ਲਾਈਕ ਵੀ ਕਰਿਓ, ਬੈਲ ਦਾ ਬਟਨ ਵੀ ਦਬਾਇਓ ਤਾਂ ਕਿ ਖੁਦਾਵੰਦ ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਤੁਸੀਂ ਬਰਕਤ ਪਾਓ। ਸੋ ਖੁਦਾ ਤੈਨੂੰ ਬਰਕਤ ਦੇਵੇ।